ਬੁਰਜ ਹਰੀ ਸਿੰਘ ਦੇ ਮੌਜੂਦਾ ਸਰਪੰਚ ਬੀਬੀ ਭੁਪਿੰਦਰ ਕੌਰ ਜੀ ਦੇ ਨਾਲ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਤੁਹਾਨੂੰ ਅੱਜ ਰੂਬਰੂ ਕਰਵਾ ਰਹੇ ਬੀਬੀ ਭੁਪਿੰਦਰ ਕੌਰ ਜੀ ਦੇ ਨਾਲ ਇਸ ਲਈ ਕਿਉਂਕਿ ਬੀਬੀ ਭੁਪਿੰਦਰ ਕੌਰ ਅੱਜ ਦੀ ਨਾਰੀ ਹਲਕਾ ਰਾਏਕੋਟ ਦੇ ਉੱਤੇ ਭਾਰੀ ਹੈ। ਆਓ ਆਪਾਂ ਗੱਲਬਾਤ ਕਰਦੇ ਹਾਂ ਬੀਬੀ ਭੁਪਿੰਦਰ ਕੌਰ ਜੀ ਦੇ ਨਾਲ। ਸਭ ਤੋਂ ਪਹਿਲਾਂ ਤਾਂ ਬੀਬੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੀਬੀ ਭੁਪਿੰਦਰ ਕੌਰ ਜੀ, ਤੁਸੀਂ ਇਸ ਸਮੇਂ ਮੌਜੂਦਾ ਸਰਪੰਚ ਹੋ ਤੇ ਤੁਹਾਡੇ ਨਾਲ ਹਲਕਾ ਰਾਏਕੋਟ ਦੇ ਵਿੱਚ ਤੁਸੀਂ ਇਕੱਲੇ ਨਹੀਂ, ਤੁਹਾਡੇ ਨਾਲ ਹੋਰ ਵੀ ਔਰਤਾਂ ਨੇ ਜੋ ਸਰਪੰਚੀ ਦੀ ਜ਼ਿੰਮੇਵਾਰੀ ਦੇ ਉੱਤੇ ਨਿਭਾ ਰਹੀਆਂ ਨੇ, ਪਰ ਉਹ ਔਰਤਾਂ ਜਾਗਰੂਕ ਨਹੀਂ ਹੈਗੀਆਂ। ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ? ਇੱਕ ਔਰਤ ਹੋਣ ਦੇ ਨਾਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ, ਕੀ ਸੁਨੇਹਾ ਦਿਓਗੇ? ਹਾਂਜੀ, ਜੋ ਔਰਤਾਂ ਅੱਜ ਦੇ ਟਾਈਮ ਦੇ ਵਿੱਚ ਮਹਿਲਾ ਸਰਪੰਚ ਨਹੀਂ ਆ, ਪਹਿਲਾਂ ਤਾਂ ਉਹਨਾਂ ਨੂੰ ਆਪਦੇ ਪਿੰਡ ਦੇ ਪ੍ਰਤੀ ਹਰ ਗੱਲ ਤੋਂ ਜਾਗਰੂਕ ਹੋਣਾ ਚਾਹੀਦਾ ਵਾ ਜੀ। ਜੇ ਅਸੀਂ ਆਪਦੇ ਪਿੰਡ ਦੇ ਪ੍ਰਤੀ ਜਾਗਰੂਕ ਹਾਂ ਤਾਂ ਹੀ ਅਸੀਂ ਅੱਗੇ ਪਿੰਡ ਤੋਂ ਬਾਹਰ ਜਾ ਕੇ ਕਿਸੇ ਗੱਲ ਨੂੰ ਪਹਿਲ ਦੇ ਆਧਾਰ ਤੇ ਅਸੀਂ ਕਰ ਸਕਦੇ ਹਾਂ ਜੀ। ਹਾਂਜੀ। ਤੇ ਦੂਸਰੀ ਗੱਲ ਹੈ ਕਿ ਜੇ ਤੁਸੀਂ ਮਹਿਲਾ ਸਰਪੰਚ ਬਣੇ ਹੋ, ਤੁਹਾਡੇ ਅੰਦਰ ਕੋਈ ਜਜ਼ਬਾ ਹੋਣਾ ਚਾਹੀਦਾ। ਜੀ। ਜਿਸ ਤਰ੍ਹਾਂ ਤੁਸੀਂ ਆਪਣੇ ਘਰ ਲਈ ਜਜ਼ਬਾ ਪੈਦਾ ਕੀਤਾ, ਉਸ ਤਰ੍ਹਾਂ ਤੁਹਾਡੇ ਪਿੰਡ ਦਾ ਜਜ਼ਬਾ ਹੋਣਾ ਚਾਹੀਦਾ। ਜੀ। ਤਾਂ ਹੀ ਅਸੀਂ ਕੋਈ ਇੱਕ ਔਰਤ ਆ ਅੱਗੇ ਜਾ ਕੇ ਆਪਣੇ ਪਿੰਡ ਨੂੰ ਸੰਭਾਲ ਸਕਾਂਗੇ। ਪਰ ਬੀਬੀ ਜੀ, ਤੁਸੀਂ ਜਜ਼ਬੇ ਦੀ ਗੱਲ ਕਰੀਏ, ਜਦੋਂ ਬੀਬੀ ਸਰਪੰਚਨੀਆਂ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਉਹ ਬੜੇ ਹੀ ਸੋਹਣੇ ਸ਼ਬਦਾਂ ਦੇ ਵਿੱਚ ਚਾਹ ਦਾ ਕੱਪ ਫੜਾਉਂਦੇ ਹੋਏ ਕਹਿ ਦਿੰਦੀਆਂ ਨੇ ਕਿ ਪਿੰਡ ਦੇ ਜਿੰਨੇ ਵੀ ਲੋਕ ਆਉਂਦੇ ਨੇ ਅਸੀਂ ਉਹਨਾਂ ਦੀ ਚਾਹ ਪਾਣੀ ਦੀ ਸੇਵਾ ਨਿਭਾ ਦਿੰਦੇ ਆ ਤੇ ਸਾਡੇ ਹਸਬੰਡ ਨੇ ਜਿਹੜੇ ਬਾਹਰ ਪਿੰਡ ਦੀ ਸੇਵਾ ਨਿਭਾਉਂਦੇ ਨੇ। ਨਹੀਂ ਜੀ, ਦੇਖੋ ਮੈਂ ਆਪਣੇ ਘਰ ਦੇ ਵਿੱਚ ਕੋਈ ਨਹੀਂ ਆਪਣਾ ਵਰਕ ਵਾਸਤੇ ਰੱਖਿਆ। ਮੈਂ ਖੁਦ ਹੀ ਚਾਹ ਪਾਣੀ ਜੋ ਵੀ ਸੇਵਾ ਵਾ ਮੈਂ ਖੁਦ ਕਰਦੀ ਹਾਂ। ਉਸ ਤੋਂ ਬਾਅਦ 10 ਮਿੰਟ ਦੀ ਗੱਲ ਆ, ਉਦੋਂ ਬਾਅਦ ਮੈਂ ਖੁਦ ਉਹਨਾਂ ਨਾਲ ਜੋ ਵੀ ਗੱਲਬਾਤ ਕਰਨੀ ਆ ਖੁਦ ਗੱਲਬਾਤ ਕਰਦੀ ਹਾਂ। ਜਿੱਥੋਂ ਤੱਕ ਹੈ ਕਿ ਮੇਰੇ ਹਸਬੈਂਡ ਤਾਂ ਫੋਰਨ 'ਚ ਤੇ ਉਹਨਾਂ ਦੀ ਜੋ ਵੀ ਹੱਲਾਸ਼ੇਰੀ ਹੈ ਜਾਂ ਉਹਨਾਂ ਨੂੰ ਕਹਿੰਦੀ ਹੁੰਦੀ ਹੈ ਕੋਈ ਗੱਲ ਆ ਵੀ ਮੇਰੇ ਕੋਲ ਨਹੀਂ ਇਹ ਨਿਊਜ਼ ਅਜੇ ਪੜ੍ਹੀ ਜਾਣੀ ਤੇ ਤੁਸੀਂ ਮੈਨੂੰ ਸ਼ਾਮ ਨੂੰ ਇਹ ਗੱਲ ਦੱਸ ਦੇਣੀ ਆ ਕਿ ਵੀ ਆਹ ਗੱਲ ਇਸ ਪਿੰਡ ਦੀ ਇਹ ਹੋ ਰਹੀ ਆ, ਤੂੰ ਇਹ ਆਪਣੇ ਧਿਆਨ 'ਚ ਰੱਖ। ਤੇ ਹਸਬੈਂਡ ਮੇਰੇ ਚਾਹੇ ਇੱਥੇ ਨਹੀਂ ਪਰ ਬਾਹਰ ਬੈਠੇ ਮੇਰੇ ਨਾਲ ਵਰਕ ਪੂਰਾ ਕਰ ਰਹੇ ਆ। ਦਰਸ਼ਕਾਂ ਨਾਲ ਬੀਬੀ ਭੁਪਿੰਦਰ ਕੌਰ ਜੀ ਦੇ ਬਾਰੇ ਅੱਜ ਇੱਕ ਗੱਲ ਸਾਂਝੀ ਕਰਨਾ ਚਾਹਾਂਗੀ ਕਿ ਬੀਬੀ ਭੁਪਿੰਦਰ ਕੌਰ ਅੱਜ ਦੀ ਨਾਰੀ ਸਭ ਤੋਂ ਭਾਰੀ ਇਸ ਲਈ ਹੈ ਕਿਉਂਕਿ ਬੀਬੀ ਭੁਪਿੰਦਰ ਕੌਰ ਆਪਣੇ ਪਿੰਡ ਬੁਰਜ ਹਰੀ ਸਿੰਘ ਦੀ ਜ਼ਿੰਮੇਵਾਰੀ ਦੇ ਨਾਲ ਨਾਲ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਵੀ ਬਖੂਬੀ ਨਿਭਾਉਂਦੇ ਨੇ। ਬੀਬੀ ਜੀ, ਆਪਣੇ ਬੱਚੇ ਕਿੰਨੇ ਆ? ਬੇਟਾ ਬੇਟੀ ਦੋ ਬੱਚੇ। ਪੜ੍ਹ ਰਹੇ ਨੇ ਬੱਚੇ? ਹਾਂਜੀ। ਤੇ ਬੀਬੀ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਸਮਾਂ ਦਿੰਦੇ ਹੋ? ਹਾਂਜੀ, ਉਹਨਾਂ ਕੋਲੇ ਹੁਣ ਬੇਟੀ ਮੇਰੀ ਨਵੋਦਿਆ ਸਕੂਲ 'ਚ ਆ ਤੇ ਉਹਨਾਂ ਦਾ ਵੀ ਜੋ ਵਰਕ ਹੈ, ਜੇ ਮੈਨੂੰ ਉਹਨੇ 3 ਵਜੇ ਕਾਲ ਕੀਤੀ ਹੈ ਕਿ ਮੰਮਾ ਵੀ ਅੱਜ ਆਉਣਾ ਤੇ ਮੈਂ ਜਿੱਦਾਂ ਵੀ ਪਹਿਲਾਂ ਪਿੰਡ ਦੇ ਕੰਮ ਆਧਾਰ ਦੇ ਉੱਤੇ ਕਰਕੇ ਫਿਰ ਉਹ ਟਾਈਮ ਮੈਂ ਉਹਦੇ ਲਈ ਜ਼ਰੂਰ ਸੰਡੇ ਨੂੰ ਜਾਂ ਜਦੋਂ ਵੀ ਬੁਲਾਉਂਦੀ ਹੈ ਮੈਂ ਜਾ ਕੇ ਆਉਂਦੀ ਹਾਂ। ਬੀਬੀ ਜੀ, ਹੁਣੇ ਜਸਟ ਤੁਸੀਂ ਇੱਕ ਗੱਲ ਕਹੀ ਸੀ ਕਿ ਜਦੋਂ ਤੁਸੀਂ ਆਉਣਾ ਸੀਗਾ ਤਾਂ ਫੋਨ ਕਰਕੇ ਆਉਂਦੇ, ਤੇ ਤੁਹਾਨੂੰ ਦੱਸਦੇ ਕਿ ਅਸਲ ਵਿੱਚ ਤੁਹਾਨੂੰ ਬਿਨਾਂ ਫੋਨ ਕਰਿਆ ਸੀ ਕਿਉਂ ਆ ਜਾਂਦੇ ਆ। ਜਦੋਂ ਇੱਕ ਸਰਪੰਚ ਦੇ ਘਰ ਜਾਂਦੇ ਆ ਤੇ ਸਭ ਤੋਂ ਪਹਿਲਾਂ ਉਹ ਮਹਿਲਾ ਸਰਪੰਚ ਹੋਵੇ ਤਾਂ ਸਾਨੂੰ ਵੀ ਕੁਝ ਨਾ ਕੁਝ ਉਹ ਤੋਂ ਸਿੱਖਣ ਨੂੰ ਮਿਲਦਾ ਹੈ। ਔਰ ਜਿੰਨੀ ਵਾਰ ਵੀ ਅਸੀਂ ਤੁਹਾਨੂੰ ਦਰਸ਼ਕਾਂ ਨਾਲ ਇੱਕ ਗੱਲ ਸਾਂਝੀ ਕਰਨਾ ਚਾਹਾਂਗੇ ਕਿ ਬੀਬੀ ਭੁਪਿੰਦਰ ਕੌਰ ਜੀ ਦੇ ਘਰ ਜਿੰਨੀ ਵਾਰੀ ਵੀ ਅਸੀਂ ਆਉਂਦੇ ਹਾਂ ਤੇ ਬਿਨਾਂ ਫੋਨ ਕੀਤੇ ਆਉਂਦੇ ਹਾਂ, ਔਰ ਉਹਦਾ ਕਾਰਨ ਇਹ ਹੁੰਦਾ ਹੈ ਕਿ ਦੇਖਣਾ ਹੁੰਦਾ ਕਿ ਬੀਬੀ ਜੀ ਨੇ ਆਪਣੇ ਘਰ ਦੇ ਵਿੱਚ ਹਰ ਸਮਾਨ ਜਿਹੜਾ ਕਿਸ ਤਰ੍ਹਾਂ ਰੱਖਿਆ ਹੋਇਆ ਹੈ। ਔਰ ਸਾਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ, ਮੈਨੂੰ ਖੁਦ ਨੂੰ ਬਹੁਤ ਵਧੀਆ ਫੀਲ ਹੁੰਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਤਿਲ ਝੋਕ ਕੇ ਵੀ ਖਾਇਆ ਜਾ ਸਕਦਾ ਹੈ। ਦਿਨ ਦੀ ਜੇਕਰ ਆਪਾਂ ਗੱਲ ਕਰੀਏ 24 ਘੰਟੇ ਹੁੰਦੇ ਨੇ, ਹਸਬੈਂਡ ਤੁਹਾਡੇ ਕੋਲ ਨਹੀਂ ਰਹਿੰਦੇ ਤੇ ਜਦੋਂ ਉਹਨਾਂ ਦੀ ਕਾਲ ਆਉਂਦੀ ਹੈ ਤੁਸੀਂ ਉਹਨਾਂ ਨੂੰ ਵੀ ਸਮਾਂ ਦੇਣਾ ਹੁੰਦਾ ਤੇ ਤੁਸੀਂ ਆਪਣੇ ਪਿੰਡ ਵਾਸੀਆਂ ਨੂੰ ਵੀ ਸਮਾਂ ਦੇਣਾ ਹੁੰਦਾ, ਆਪਣੇ ਬੱਚਿਆਂ ਨੂੰ ਵੀ ਸਮਾਂ ਦੇਣਾ ਹੁੰਦਾ ਔਰ ਨਿਤਨੇਮ ਵਿੱਚ ਵੀ ਸਮਾਂ ਦੇਣਾ ਹੁੰਦਾ। ਸਾਡੇ ਦਰਸ਼ਕਾਂ ਨਾਲ ਜਿਹੜਾ ਚਾਨਣਾ ਪਾਓ ਕਿ ਤੁਹਾਡੇ 24 ਘੰਟਿਆਂ ਦਾ ਕੀ ਸ਼ਡਿਊਲ ਹੈ? ਸ਼ਡਿਊਲ ਮੈਡਮ ਇਹ ਹੈ ਕਿ ਸਵੇਰ ਜਦੋਂ 5 ਵਜੇ ਦਾ ਅਲਾਰਮ ਲਾਇਆ 5 ਵਜੇ ਉੱਠਣਾ ਹੀ ਆ ਤੇ ਤੁਹਾਨੂੰ ਦੱਸ ਹੀ ਚੁੱਕੀ ਹਾਂ, ਪਹਿਲਾਂ ਸਫਾਈ, ਫਿਰ ਮੈਂ ਕਿਚਨ 'ਚ ਜਾਣਾ। ਉਦੋਂ ਬਾਅਦ ਦੇ ਵਿੱਚ ਫਿਰ ਥੋੜ੍ਹਾ ਜਿਹੜਾ ਵਰਕ ਆ, ਜੇ ਕੋਈ ਆ ਗਿਆ 7 ਵਜੇ ਤਾਂ ਉਹਨੂੰ ਮੈਂ ਮਨਾ ਨਹੀਂ ਕਰਨਾ ਕਿ ਵੀ ਹਲੇ ਜਾਓ ਤੇ ਉਹਨਾਂ ਨੂੰ ਕਹਿਣਾ ਵੀ ਲਿਆਓ ਤੁਹਾਡਾ ਜਿਹੜਾ ਕੰਮ ਆ ਮੈਂ ਉਹ ਜ਼ਰੂਰੀ ਆ ਤੇ 10 ਮਿੰਟ ਮੈਂ ਬਾਅਦ 'ਚ ਜਿਹੜਾ ਕੰਮ ਹੈਗਾ ਉਹ ਮੈਂ ਕਰੂੰਗੀ। ਜਿੰਨਾ ਵੀ ਹੈਗਾ ਟਾਈਮ ਆਪਣੇ ਹਿਸਾਬ ਨਾਲ, ਜੇ ਸਵੇਰ ਤੋਂ ਸਹੀ ਹੈ ਤਾਂ ਸ਼ਾਮ ਤੱਕ ਤਾਂ ਆਪੇ ਹੀ ਸਹੀ ਚੱਲੀ ਜਾਣਾ ਕੰਮ। ਬਿਲਕੁਲ 7 ਵਜੇ ਦੀ ਗੱਲ ਕਰੀਏ, ਹੁਣ 7:30 ਹੋਏ ਨੇ ਤੇ ਇਸ ਵਕਤ ਅਸੀਂ ਵੀ ਤੁਹਾਡੇ ਕੋਲ ਬੈਠੇ ਹਾਂ ਤੇ ਇਸ ਤਰ੍ਹਾਂ ਪਬਲਿਕ ਡੀਲਿੰਗ ਦੇ ਵਿੱਚ ਲਗਭਗ ਤੁਹਾਡਾ ਕਿੰਨਾ ਸਮਾਂ ਗੁਜ਼ਰ ਜਾਂਦਾ ਹੈ? ਪਬਲਿਕ ਦਾ ਮੈਡਮ ਇਹ ਹੈਗਾ ਕਿ ਸਵੇਰ ਦੇ 7 ਤੋਂ ਵੀ ਜੇ 8 ਵਜੇ ਤੱਕ 9 ਵਜੇ ਤੱਕ ਕਿਸੇ ਨੂੰ ਮਨਾ ਨਹੀਂ ਹੈ ਕਿ ਜੋ ਹੈਗਾ ਅਗਲੇ ਦੀ ਗੱਲ ਤਾਂ ਸੁਣਨੀ ਪੈਂਦੀ ਹੈ। ਜੀ। ਫਿਰ ਤੁਸੀਂ ਫੈਮਿਲੀ ਨੂੰ ਕਿਸ ਤਰ੍ਹਾਂ ਸਮਾਂ ਦਿੰਦੇ ਹੋ? ਫੈਮਿਲੀ ਦਾ ਮੈਡਮ ਇੱਦਾਂ ਹੈ ਕਿ ਬੇਟਾ ਹੁਣ ਚਲਾ ਜਾਂਦਾ ਕਿ ਜਿੰਨਾ ਕੁ ਟਾਈਮ ਹੈਗਾ ਵਾ, ਜੋ ਚਾਹੇ 5 ਮਿੰਟ ਹੋਵੇ ਚਾਹੇ 10 ਮਿੰਟ ਹਸਬੈਂਡ ਨਾਲ ਗੱਲ ਕਰੀਏ। ਬੇਟੀ ਦਾ ਵੀ ਟਾਈਮ ਆ ਤੇ ਬੇਟੇ ਦੀ ਹੁਣ ਐਗਜ਼ਾਮ ਚੱਲ ਰਹੇ, ਉਹਦੇ ਲਈ ਵੀ ਹੁਣ 1-2 ਘੰਟੇ ਨਿਕਾਲੂੰਗੀ। ਤੇ ਸਰਪੰਚ ਸਾਹਿਬ ਜੀ, ਅੱਜ ਦੀ ਨਾਰੀ ਸਾਰਿਆਂ ਦੇ ਭਾਰੀ ਤਾਂ ਹੈ, ਪਰ ਇੰਨਾ ਬਿਜ਼ੀ ਸ਼ਡਿਊਲ ਹੋਣ ਦੇ ਬਾਵਜੂਦ ਜਿੰਨੀ ਵਾਰ ਵੀ ਅਸੀਂ ਤੁਹਾਡੇ ਕੋਲ ਆਏ ਹਾਂ ਸਾਨੂੰ ਤੁਹਾਡਾ ਚਿਹਰਾ ਗੁਲਾਬ ਦੇ ਫੁੱਲ ਵਾਂਗ ਖਿੜਿਆ ਹੀ ਮਹਿਸੂਸ ਹੋਇਆ ਹੈ।
ਤੇ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਮੇਨਟੇਨ ਰੱਖਿਆ ਹੋਇਆ? ਹਾਂਜੀ ਮੈਡਮ, ਪਹਿਲਾਂ ਤਾਂ ਹੁਣ ਸਾਰੇ ਹੀ ਕਹਿੰਦੇ ਸਿਹਤ ਜ਼ਰੂਰੀ ਆ, ਤਾਂ ਆਪਣਾ ਜੋ ਵੀ ਹੈਗਾ ਸਵੇਰ ਤੋਂ ਲੈ ਕੇ ਇੱਕ ਵਾਰੀ ਫਰੈਸ਼ ਹੋ ਜਾਈਦਾ, ਮੁੜ ਕੇ ਤੁਹਾਨੂੰ ਵੀ ਪਤਾ ਸ਼ਡਿਊਲ ਬਿਜੀ ਆ ਜੀ ਤੇ ਹਰ ਟਾਈਮ ਕਦੀ ਕਿਸੇ ਨਾਲ ਕਿੱਦਾਂ ਦੀ ਗੱਲ ਕਰ ਲਈ, ਉਹ ਆਪਣੇ ਉਸ ਹਰ ਪਬਲਿਕ ਦੀ ਜਿਹੜੀ ਪ੍ਰੋਬਲਮ ਆ ਉਹ ਤੋਂ ਸਿੱਖਣ ਨੂੰ ਮਿਲਦਾ ਕੁਝ। ਜੀ ਫਿਰ ਉਸ ਤੋਂ ਬਾਅਦ ਕਹੀਦਾ ਵੀ ਅਸੀਂ ਤਾਂ ਸਭ ਤੋਂ ਚੰਗੇ ਆ, ਕਿ ਸਾਨੂੰ ਕਿਸੇ ਚੀਜ਼ ਦੀ ਕੋਈ ਤਕਲੀਫ ਨਹੀਂ ਹੈਗੀ ਜੀ। ਸਭ ਤੋਂ ਦੁਨੀਆ ਬਹੁਤ ਜ਼ਿਆਦਾ ਦੁਖੀ ਪਈ ਆ, ਵੀ ਅਸੀਂ ਤਾਂ ਪਰਮਾਤਮਾ ਦਾ ਹਰ ਪਲ ਧੰਨਵਾਦ ਕਰਦੇ ਆ ਕਿ ਸਾਡੇ ਵਰਗਾ ਕੋਈ ਵੀ ਨਹੀਂ ਹੈ। ਬਹੁਤ ਹੀ ਸੋਹਣੀ ਗੱਲ ਕਹੀ ਹੈ ਤੁਸੀਂ। ਕਹਿੰਦੇ ਜੋ ਸਾਡੇ ਕੋਲ ਹੈ ਲੋਕਾਂ ਕੋਲ ਤਾਂ ਉਹ ਕੁਝ ਵੀ ਨਹੀਂ ਹੈਗਾ, ਔਰ ਜਿਸ ਔਰਤ ਦੀ ਇਹ ਸੋਚ ਹੈ, ਕੁਦਰਤੀ ਇਹ ਦੇਣ ਹੈ ਪਰਮਾਤਮਾ ਦੀ ਕਿ ਉਸਦੇ ਚਿਹਰੇ ਦੇ ਉੱਤੇ ਨੂਰਾਨ ਆਪਣਾ ਛੱਡਦੇ ਨੇ। ਤੇ ਬੀਬੀ ਜੀ, ਅੰਤ ਦੇ ਵਿੱਚ ਇੱਕ ਸਵਾਲ ਤੁਹਾਨੂੰ ਪਰਸਨਲੀ ਹੈ, ਗੱਲਾਂ ਦੀ ਖੂਬਸੂਰਤੀ ਦੀ, ਗੱਲਾਂ ਦੀ ਆਪਣੇ ਆਪ ਨੂੰ ਮੇਨਟੇਨ ਕਰਨ ਦੀ, ਤੁਸੀਂ ਇੰਨੇ ਸਾਦੇ ਲਿਬਾਸ ਵਿੱਚ ਵੀ ਆ ਕਿ ਤੁਹਾਡਾ ਅੱਜ ਦੀਆਂ ਔਰਤਾਂ ਵਾਂਗ ਫੈਸ਼ਨ ਕਰਨ ਨੂੰ ਦਿਲ ਨਹੀਂ ਕਰਦਾ? ਪੈਸ਼ਨ ਜਿੰਨਾ ਹੈਗਾ ਉਹ ਕਰੀਦਾ ਵਾ, ਤੇ ਇਦਾਂ ਨਹੀਂ ਹੈਗਾ। ਜਦੋਂ ਦੀ ਮੈਂ ਸਰਪੰਚੀ ਚ ਆਈ ਆ ਉਦੋਂ ਦੀ ਤਾਂ ਇਹ ਸੇਵਾ ਸਮਝ ਕੇ ਵੀ ਇਹ ਨਹੀਂ ਪਤਾ ਹੈਗਾ ਵੀ ਕਿਸ ਟਾਈਮ ਕਿੱਧਰ ਨੂੰ ਜਾਣਾ। ਜਿੰਨੇ ਕ ਆਪਣੇ ਬਣਦਾ ਵੀ ਫੈਸ਼ਨ ਉਹਨਾਂ ਮੇਰਾ ਕੀਤਾ ਹੁੰਦਾ ਵਾ। ਜੀ ਹਾਂਜੀ। ਤੇ ਬੀਬੀ ਜੀ, ਆਪਾਂ ਔਰਤਾਂ ਦੇ ਲਈ ਤੁਸੀਂ ਇੱਕ ਸੁਨੇਹਾ ਦਿਓ। ਅੱਜ ਦੇ ਜਿਹੜੀ ਕੁਝ ਬੀਬੀਆਂ ਜਿਹੜੀਆਂ ਸਰਪੰਚ ਨੇ ਬਣੀਆਂ ਹੋਈਆਂ, ਉਹ ਸਿਰਫ ਘੁੱਗੀ ਮਾਰਨ ਤੱਕ ਹੀ ਸੀਮਿਤ ਨੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਪਰਮਾਤਮਾ ਨੇ ਉਹਨਾਂ ਦੀ ਕਿਹੜੀ ਜੈਕਪਾਟ ਦੀ ਲੋਟਰੀ ਨਿਕਾਲ ਦਿੱਤੀ ਹੈ ਸਰਪੰਚ ਬਣਾ ਕੇ, ਕਿਉਂਕਿ ਇਹ ਲੋਟਰੀ ਉਹਨਾਂ ਦੇ ਹਸਬੰਡ ਦੇ ਨਾਮ ਤੇ ਵੀ ਨਿਕਲ ਸਕਦੀ ਸੀ, ਬਟ ਰਿਜ਼ਰਵ ਸੀਟ ਹੋਣ ਦੇ ਕਰਕੇ, ਲੇਡੀਜ਼ ਰਿਜ਼ਰਵ ਹੋਣ ਦੇ ਕਰਕੇ ਇਹ ਲੋਟਰੀ ਪਰਮਾਤਮਾ ਨੇ ਉਹਨਾਂ ਦੀ ਹੀ ਕੱਢੀ ਹੈ, ਔਰ ਉਹਨਾਂ ਨੂੰ ਇਸ ਪਾਵਰ ਦਾ ਨਹੀਂ ਪਤਾ। ਉਹਨਾਂ ਲਈ ਦੋ ਸ਼ਬਦ ਦਿਓ। ਹਾਂਜੀ ਮੈਡਮ, ਜੋ ਮੈਂ ਸਰਪੰਚੀ ਦੇ ਉਹਦੇ ਤੇ ਮੌਜੂਦਾ ਨਹੀਂ ਆ, ਉਹਨਾਂ ਨੂੰ ਪਤਾ ਤਾਂ ਹੈ ਕਿ ਵੀ ਅਸੀਂ ਸਰਪੰਚ ਹੈਗੀਆਂ ਨੇ, ਪਰ ਉਹ ਨਾ ਪਬਲਿਕ ਦੇ ਵਿੱਚ ਜਾ ਕੇ ਉਹ ਸਵਾਲਾਂ ਦਾ ਜਵਾਬ ਦੇਣ ਤੋਂ ਕੰਨੀ ਕੁਤਰਾਉਂਦੀਆਂ ਕਿ ਵੀ ਸਾਨੂੰ ਕੋਈ ਇਦਾਂ ਦਾ ਸਵਾਲ ਨਾ ਪੁੱਛਿਆ ਜਾਵੇ ਜਿਹਦੇ 'ਚ ਸਾਨੂੰ ਉਹਦਾ ਜਵਾਬ ਨਾ ਆਉਂਦਾ ਹੋਵੇ। ਪਰ ਸਵਾਲ ਵੀ ਤਾਂ ਸਾਡੇ ਲੋਕਾਂ ਦੇ ਆ। ਜੇ ਉਹਨਾਂ ਲੋਕਾਂ ਦੇ ਅਸੀਂ ਸਵਾਲਾਂ ਦਾ ਜਵਾਬ ਦੇਵਾਂਗੇ, ਉਹ ਸਾਨੂੰ ਨਹੀਂ ਪਤਾ ਹੋਊਗਾ, ਉਹ ਪਬਲਿਕ ਆਪਾਂ ਨੂੰ ਦੱਸੂਗੀ। ਠੀਕ ਹੈ ਜੀ। ਉਹਦੇ ਵਿੱਚ ਸਾਨੂੰ ਜਿਹੜੇ ਅੱਗੇ ਵਾਸਤੇ ਕੋਈ ਸਵਾਲ ਆ ਉਹਦੇ 'ਚ ਸਾਨੂੰ ਉਹਦੀ ਸੇਧ ਮਿਲੂਗੀ ਜੀ। ਠੀਕ ਹੈ ਜੀ। ਤੇ ਦੂਸਰੀ ਗੱਲ ਇਹ ਹੈਗੀ ਹੈ ਕਿ ਵੀ ਜਿਹੜੀਆਂ ਔਰਤਾਂ ਸਰਪੰਚ ਬਣੀਆਂ ਹੋਈਆਂ ਨੇ, ਉਹ ਹਸਬੈਂਡ ਨੂੰ ਕਹਿਣਗੇ ਵੀ ਇੱਕ ਦਿਨ ਸਾਨੂੰ ਵੀ ਸਰਪੰਚੀ ਕਰਕੇ ਦੇਖ ਲੈਣ ਦਿਓ। ਜੇ ਸਾਨੂੰ ਕਿਸੇ ਨੇ ਕਿਸੇ ਟਾਈਮ ਕੋਈ ਸਵਾਲ ਪੁੱਛ ਲਿਆ ਤਾਂ ਕਿਸੇ ਟਾਈਮ ਜਾਣਾ ਪਵੇ ਤਾਂ ਉਹਦੇ 'ਚ ਸਾਨੂੰ ਵੀ ਥੋੜਾ ਜਿਹਾ ਨਾ ਪਬਲਿਕ ਨਾਲ ਚੱਲਣ ਦਾ ਥੋੜਾ ਮਾਣ ਮਹਿਸੂਸ ਹੋਏਗਾ ਵੀ ਅਸੀਂ ਵੀ ਆਹ ਕੰਮ ਅੱਜ ਕੀਤਾ ਵਾ ਜੀ। ਵੈਸੇ ਤਾਂ ਬੜੇ ਹੀ ਸੋਹਣੇ ਸ਼ਬਦਾਂ ਦੇ ਵਿੱਚ ਪਾਸਟ ਵਿੱਚ ਵੀ ਔਰ ਪ੍ਰੈਜ਼ੈਂਟ ਵਿੱਚ ਵੀ, ਹੋ ਸਕਦਾ ਆਉਣ ਵਾਲੇ ਫਿਊਚਰ ਵਿੱਚ ਵੀ, ਲੋਕ ਇਹ ਲਾਈਨਾਂ ਕਹਿਣ ਕਿ ਇੱਕ ਮਰਦ ਦੀ ਕਾਮਯਾਬੀ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ, ਪਰ ਇੱਕ ਔਰਤ ਦੀ ਕਾਮਯਾਬੀ ਪਿੱਛੇ ਵੀ ਇੱਕ ਮਰਦ ਦਾ ਹੱਥ ਹੁੰਦਾ ਹੈ। ਇਹ ਦੋਨੋਂ ਗੱਲਾਂ ਆਪਸ ਵਿੱਚ ਤਾਲਮੇਲ ਕਰਦੀਆਂ ਨੇ। ਹਾਂਜੀ ਮੈਡਮ, ਬਿਲਕੁਲ ਸਹੀ। ਕਿਉਂਕਿ ਮੇਰੇ ਹਸਬੈਂਡ ਮੇਰੇ ਨਾਲ ਪੂਰਾ ਕੋਆਪਰੇਟ ਨੇ। ਉਹ ਹਮੇਸ਼ਾ, ਜਿਵੇਂ ਔਰਤ ਕਹਿੰਦੀ ਹੈ ਕਿ ਮੇਰਾ ਮਰਦ ਕਹਿ ਰਿਹਾ ਸਮਾਜ ਕਿ ਵੀ ਮੇਰੀ ਕਾਮਯਾਬੀ ਪਿੱਛੇ ਔਰਤ ਦਾ ਹੱਥ ਹੈ, ਤੇ ਮੈਂ ਤਾਂ ਆਪਣੇ ਹਸਬੈਂਡ ਨੂੰ ਇਹ ਚੀਜ਼ ਲਈ ਕਹਿ ਰਹੀ ਹਾਂ ਕਿ ਵੀ ਉਹਨਾਂ ਨੇ ਮੈਨੂੰ ਇੱਥੋਂ ਤੱਕ ਜੋ ਵੀ ਹੈਗਾ ਗੱਲ ਕਰਨੀ ਆ ਉਹ ਮੈਨੂੰ ਮੋਟੀਵੇਟ ਕਰਦੇ ਨੇ। ਮੈਂ ਆਪਣੀ ਅੱਜ ਦੀ ਨਾਰੀ ਤਾਂ ਹਰ ਟਾਈਮ ਭਾਰੀ ਆ ਜੀ। ਠੀਕ ਹੈ ਜੀ। ਉਹਨਾਂ ਨੂੰ ਹਰ ਟਾਈਮ ਹੀ ਆਪਣੇ ਜਜ਼ਬੇ ਨਾਲ ਜਿਹੜਾ ਹੈਗਾ ਕੰਮ ਕਰਨਾ ਚਾਹੀਦਾ ਵਾ ਕਿ ਹਰ ਟਾਈਮ ਹੀ ਔਰਤ ਨੂੰ ਆਪਣਾ ਜਿਹੜਾ ਮਾਣ ਸਤਿਕਾਰ ਆ ਉਹਨੂੰ, ਉਹ ਮਰਦ ਨਹੀਂ, ਮਰਦ ਤੋਂ ਵੀ ਉੱਚੀ ਆ ਉਹ ਔਰਤ। ਜਿਹੜੀ ਔਰਤ ਨੇ ਆਪਣੇ ਆਪ ਨੂੰ ਇਹ ਕਹਿਤਾ ਕਿ ਵੀ ਅੱਜ ਕੰਮ ਇਹਨਾਂ ਨੇ ਕਰਨਾ ਨਹੀਂ, ਉਹ ਕੰਮ ਨੂੰ ਜੇ ਤੁਹਾਨੂੰ ਨਹੀਂ ਆਉਂਦਾ ਤੁਸੀਂ ਖੁਦ ਉਸ ਕੰਮ ਨੂੰ ਅੱਗੇ ਹੋ ਕੇ ਕਰੋ ਤੇ ਤੁਸੀਂ ਆਪਣੇ ਆਪ 'ਚ ਮਾਣ ਮਹਿਸੂਸ ਕਰੋਗੇ। ਤੁਹਾਨੂੰ ਅਸੀਂ ਰੂਬਰੂ ਕਰਾਵਾਂਗੇ ਦੂਸਰੇ ਸਰਪੰਚ ਬੁਰਜ ਹਕੀਮਾ ਤੋਂ ਬੀਬੀ ਪਰਮਜੀਤ ਕੌਰ ਜੀ ਦੇ ਨਾਲ।